ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਨੂੰ ਸਿੱਖਾਂ ਦੇ ਇਤਿਹਾਸ ਦੇ ਵਿੱਚ ਸਿਰਫ ਇੱਕ ਨਸਲਕੁਸ਼ੀ ਨਹੀਂ ਗਿਣੀ ਜਾ ਸਕਦੀ। ਇਹਦੇ ਵਿੱਚ ਕੋਈ ਮਾਯੂਸੀ ਦੀ ਗੱਲ ਨਹੀਂ ਹੈਗੀ। ਇਹਦੇ ਵਿੱਚ ਉਹੀ ਚੜ੍ਹਦੀ ਕਲਾ ਦੀ ਜਿਹੜੀ ਸਮਰੱਥਾ ਗੁਰੂ ਨੇ ਬਖਸ਼ੀ ਆ ਸਮੇਂ-ਸਮੇਂ ਦੇ ਘੱਲੂਘਾਰਿਆਂ ਦੇ ਵਿੱਚੋਂ ਜਿਸ ਤੋਂ ਅਸੀਂ ਲੰਘੇ ਆ। ਅੰਮ੍ਰਿਤਸਰ ਦੀ ਜਿਹੜੀ ਜੰਗ ਹੋਈ ਆ, ਜੰਗ ਪਹਿਲੋਂ ਹੋਈ। ਜਿਹੜੀ ਨਸਲਕੁਸ਼ੀ ਆ ਉਹ ਜੰਗ ਦਾ ਇੱਕ ਨਤੀਜਾ ਬਣ ਕੇ ਬਾਅਦ 'ਚ ਪੇਸ਼ ਹੁੰਦੀ ਹੈ। ਦੁਨੀਆ ਦੇ ਵਿੱਚ ਕੋਈ ਵੀ ਜੰਗ ਹੁੰਦੀ ਆ, ਜੰਗਾਂ 'ਚੋਂ ਨੱਦ ਕੇ ਜਦੋਂ ਸਾਡਾ ਵੱਡਾ ਤੇ ਛੋਟਾ ਘੱਲੂਘਾਰੂ ਵਹੇ, ਉਹਦੇ ਵਿੱਚ ਵੀ ਸਿੱਖਾਂ ਨੇ ਜੰਗ ਲੜੀ। ਜੰਗ ਦੇ ਘੇਰਾ ਜਦੋਂ ਟੁੱਟ ਗਿਆ, ਉਸ ਤੋਂ ਬਾਅਦ ਨਸਲਕੁਸ਼ੀ ਹੋਈ, ਘੱਲੂਘਾਰਾ ਹੋਇਆ। ਜਦੋਂ ਅਸੀਂ ਸਿਰਫ ਇੱਕ ਦਾਇਰਾ ਖਿੱਚ ਲੈਂਦੇ ਹਾਂ ਕਿ ਇਹ ਜਿਹੜੀ ਜੋ ਵੀ ਵਰਤਾਰਾ ਹੋਇਆ ਜੂਨ ਦੇ ਵਿੱਚ, ਉਹ ਸਿਰਫ ਇੱਕ ਨਸਲਕੁਸ਼ੀ ਆ, ਉਹਦੇ ਪਿੱਛੋਂ ਜਿਹੜੀਆਂ ਸ਼ਹਾਦਤਾਂ ਆ, ਜਿਹੜਾ ਸਿੱਖਾਂ ਦਾ ਇਤਿਹਾਸ ਆ, ਜਿਹੜਾ ਸਿੱਖਾਂ ਦਾ ਜਜ਼ਬਾ ਆ, ਉਹ ਸਾਰਾ ਇੱਕ ਅਧੂਰਾਪਣ 'ਚ ਰਹਿ ਜਾਂਦਾ। ਉਹ ਹਰ ਹਾਲਤ ਦੇ ਵਿੱਚ ਇੱਥੇ ਹੋ ਨਹੀਂ ਸਕਦਾ। ਉਹ 'ਚੋਂ ਜਦੋਂ ਅਸੀਂ ਕਹਿੰਦੇ ਆ ਕਿ ਸੇਧ ਲੈ ਕੇ ਅਸੀਂ ਅੱਗੇ ਤੁਰਨਾ ਆ, ਸੇਧ ਲੈਣ ਦਾ ਤਾਂ ਮਤਲਬ ਇਹ ਹੋਊਗਾ ਕਿ ਅਸੀਂ ਆਪਣੇ ਇਤਿਹਾਸ 'ਚੋਂ ਸੇਧ ਲਈਏ, ਆਪਣੇ ਗੁਰੂ ਸਾਹਿਬਾਨ ਦੇ ਬੋਲ ਤੋਂ ਸੇਧ ਲਈਏ, ਰਾਦਰ ਦੈਨ ਕਿ ਅਸੀਂ ਜਿਹੜੇ ਬਾਹਰਲੀਆਂ ਸਰਕਾਰਾਂ ਆ, ਦੂਜੀਆਂ ਕੌਮਾਂ ਆ, ਸਿਰਫ ਉਹਨਾਂ ਤੱਕ ਹੀ ਸੀਮਤ ਰੱਖੀਏ ਕਿ ਇਹਨਾਂ ਦੇ ਬੋਲਬਾਲੇ ਥੱਲੇ, ਇਹਨਾਂ ਦੀ ਲੀਗੈਲਿਟੀ ਥੱਲੇ, ਇਹਨਾਂ ਦੀ ਸਰਕਾਰਾਂ ਥੱਲੇ ਅਸੀਂ ਕੀ ਕਰ ਸਕਦੇ, ਕੀ ਨਹੀਂ ਕਰ ਸਕਦੇ। ਇਹ ਸਿਰਫ ਇੱਕ ਡਰਪੋਕ ਦਾ ਕੰਮ ਹੈ। ਉਹ ਅਸੀਂ ਬਣ ਨਹੀਂ ਸਕਦੇ। ਸਿੱਖਾਂ ਦੇ ਘਰਾਂ ਦੇ ਵਿੱਚ ਇੱਕ ਗੱਲ ਚੱਲ ਪਈ ਆ ਕਿ ਅਸੀਂ ਦੁਨੀਆ ਭਰ ਤੱਕ ਇਹ ਗੱਲ ਲਿਜਾਣੀ ਆ ਕਿ ਸਾਡੇ ਨਾਲ ਕੀ ਹੋਇਆ, ਸੋ ਅੱਗੇ ਤੋਂ ਸਾਡੇ ਨਾਲ ਇੱਦਾਂ ਨਾ ਹੋਵੇ। ਤੇ ਉੱਥੇ ਜਿਹੜੇ ਨੌਜਵਾਨ ਆ, ਨੌਜਵਾਨਾਂ ਨੂੰ ਇਹ ਗੱਲ ਸਮਝ ਆ ਰਹੀ ਆ ਕਿ ਇਹ ਸਿਰਫ ਇੱਕ ਤਰੀਕਾ ਆ ਕਿ ਮੁੜ ਕੇ ਨਹੀਂ ਹੋ ਸਕਦਾ। ਤੇ ਉਹ ਹਾਲ ਦੀ ਘੜੀ ਇਹੀ ਆ ਕਿ ਤੁਸੀਂ ਸਿੱਖ ਬਣਨਾ ਛੱਡ ਦਿਓ। ਜਦੋਂ ਤੁਸੀਂ ਸਿੱਖ ਬਣਨਾ ਆ, ਰਾਜ ਦੀ ਗੱਲ ਕਰਨੀ ਆ, ਪਾਤਸ਼ਾਹੀ ਦੇ ਦਾਅਵੇ ਦੀ ਗੱਲ ਕਰਨੀ ਆ, ਉਦੋਂ ਕਸ਼ਟ ਸਹਾਰਨੇ ਪੈਂਦੇ ਆ। ਤੇ ਸਾਡੇ ਜਿਹੜੇ ਬਜ਼ੁਰਗ ਆ, ਸਾਡਾ ਇਤਿਹਾਸ ਆ, ਉਸ ਚੀਜ਼ ਦਾ ਗਵਾਹ ਆ। ਸਭ ਕੁਝ ਸਿੱਖੀ ਦੇ ਆਲੇ ਦੁਆਲੇ ਚੱਲ ਰਿਹਾ ਆ। ਸਿੱਖੀ ਇੱਕ ਚੈਲੰਜ ਆ, ਭਾਵੇਂ ਉਹ ਮੁਗਲ ਸੀਗੇ, ਅੰਗਰੇਜ਼ ਸੀਗੇ ਜਾਂ ਬ੍ਰਾਹਮਣ ਸਰਕਾਰ ਆ। ਹੁਣ ਜਿਹੜੇ ਇਹ ਸਾਰੀ ਪ੍ਰੋਬਲਮ ਆ, ਉਹ ਸਾਰਾ ਕੁਝ ਸਿੱਖੀ ਤੋਂ ਸ਼ੁਰੂ ਹੁੰਦਾ ਆ। ਅਸੀਂ ਜੇ ਸਿੱਖ ਬਣਨਾ ਹੀ ਛੱਡ ਦਈਏ, ਇਹ ਸਾਰੀ ਪ੍ਰੋਬਲਮ ਦੂਰ ਹੋ ਜਾਂਦੀ ਹੈ। ਪਰ ਛੱਡੂਗਾ ਕੌਣ? ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਬੈਠ ਕੇ ਸਾਨੂੰ ਸੇਧ ਇਹ ਮਿਲਦੀ ਆ, ਜਿਹੜੇ ਇਸ ਸੰਘਰਸ਼ ਤੋਂ ਨਿਕਲ ਕੇ ਗਏ ਆ, ਕਿ ਤੁਸੀਂ ਆਪਣੀ ਗੱਲ ਜਿਹੜੀ ਆ ਹੋਰ ਤਰੀਕੇ ਨਾਲ ਪੇਸ਼ ਕਰੋ ਕਿ ਗੋਰਿਆਂ ਦੇ ਸਮਝ ਆਵੇ। ਜਿਹੜੀਆਂ ਗੱਲਾਂ ਅਸੀਂ ਇੱਥੇ ਕਰਦੇ ਆ, ਗੁਰੂ ਘਰ 'ਚ ਕਰਦੇ ਆ, ਸੰਗਤ ਦੇ ਵਿੱਚ ਕਰਦੇ ਆ, ਤੁਸੀਂ ਆਪ ਆਪਣੇ ਆਪ ਸੋਚੋ ਕਿ ਜਦੋਂ ਤੁਸੀਂ ਕਿਸੇ ਗੋਰੇ ਨੂੰ ਪੇਸ਼ ਕਰਨੀ ਆ ਉਹ ਗੱਲ, ਤੁਹਾਡੀ ਜਿਹੜੀ ਬੋਲੀ ਆ ਕਿੱਦਾਂ ਬਦਲ ਜਾਂਦੀ ਹੈ। ਅਸੀਂ ਜਦੋਂ ਸਟੇਟ ਨਾਲ ਗੱਲ ਕਰਨੀ ਆ, ਅਸੀਂ ਆਪਣੀ ਗੱਲ ਤੇ ਪਾਣੀ ਫੇਰ ਕੇ ਗੱਲ ਕਰਦੇ ਆ। ਸਟੇਟ ਨੂੰ ਅਸੀਂ ਕਦੀ ਜਾ ਕੇ ਇਹ ਗੱਲ ਕਹਿੰਦੇ ਆ ਜੇ ਕਿਸੇ ਨਾਲ ਗੱਲ ਕਰਨੀ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਡੇ ਸ਼ਹੀਦ ਨੇ, ਜੋ ਉਹਨਾਂ ਨੇ ਕੀਤਾ ਸਹੀ ਕੀਤਾ। ਕਦੀ ਸਟੇਟ ਨੂੰ ਜਾ ਕੇ ਕਿਸੇ ਵੀ ਸਿੱਖ ਬੁਲਾਰੇ ਨੇ ਇਹ ਗੱਲ ਕਦੀ ਕੀਤੀ ਆ ਕਿ ਇੰਦਰਾ ਨੂੰ ਮਾਰਿਆ ਤਾਂ ਮਾਰਿਆ ਆ, ਸਹੀ ਕੀਤਾ ਸਿੱਖਾਂ ਨੇ, ਬਿਆਨ ਸਿੰਘ, ਸਤਵੰਤ ਸਿੰਘ ਨੇ, ਕਹਿਰ ਸਿੰਘ ਨੇ। ਉੱਥੇ ਜਾ ਕੇ ਜਿਹੜੀ ਗੱਲ ਆ ਗੋਲਮੋਲ ਹੋ ਜਾਂਦੀ ਹੈ। ਉਹ ਜਿਹੜੀ ਗੋਲਮੋਲ ਗੱਲ ਆ, ਉਹ ਸਿਰਫ ਗੋਰੇ ਨੂੰ ਨਹੀਂ ਜਾਂਦੀ, ਉਹ ਜਿਹੜੀ ਸਾਡੀਆਂ ਆਉਣ ਵਾਲੀਆਂ ਨਸਲਾਂ ਆ ਉੱਥੇ ਤੱਕ ਵੀ ਪਹੁੰਚ ਜਾਂਦੀ ਹੈ। ਇਹ ਇੱਕ ਜਿਹੜੀ ਐਜੂਕੇਸ਼ਨਲ ਲਰਨਿੰਗ ਆ, ਉਹਦੇ ਵਿੱਚੋਂ ਸਾਨੂੰ ਗੱਲ ਸਮਝ ਆਉਂਦੀ ਹੈ ਕਿ ਜਿਹੜੇ ਛੋਟੇ ਬੱਚੇ ਸਪੈਸ਼ਲੀ ਆ, ਉਹ ਕਨਫਿਊਜ਼ਡ ਹੋ ਜਾਂਦੇ ਆ। ਅਸੀਂ ਵੀ ਬਹੁਤ ਕਨਫਿਊਜ਼ਡ ਰਹੇ ਬਹੁਤ ਚਿਰਾਂ ਲਈ। ਹੋ ਸਕਦਾ ਜਿਹੜੇ ਸਾਡੇ ਬੱਚੇ ਆ, ਉਹਨਾਂ ਨੂੰ ਇਹ ਕਨਫਿਊਜ਼ਨ ਅਸੀਂ ਦੂਰ ਕਰ ਸਕੀਏ। ਸਾਨੂੰ ਜਦੋਂ ਸਾਖੀਆਂ ਸੁਣਾਉਂਦੇ ਸੀ ਸਾਡੇ ਮਾਤਾ ਪਿਤਾ ਵੀ, ਭਾਈ ਤਾਰੂ ਸਿੰਘ ਦੀ ਸਿਖਾਉਣੀ, ਭਾਈ ਮਣੀ ਸਿੰਘ ਦੀ, ਬਾਬਾ ਦੀਪ ਸਿੰਘ ਦੀ, ਜਿਹੜੀਆਂ ਸਾਰੀਆਂ ਅਸੀਂ ਆਪ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਇਹ ਕਰਦੇ ਹਾਂ। ਉਹਦੇ ਵਿੱਚ ਅਸੀਂ ਜਿਹੜੀਆਂ ਸਾਖੀਆਂ ਦੇ ਵਿੱਚ ਜਿਹੜੇ ਯੋਧੇ ਆ, ਉਹਨਾਂ ਨੂੰ ਇਦਾਂ ਪੇਸ਼ ਕਰਦੇ ਹਾਂ ਕਿ ਇਹ ਇੱਕ ਆਈਡੀਅਲ ਆ, ਤੁਸੀਂ ਇੱਥੇ ਤੱਕ ਪਹੁੰਚਣਾ ਆਪਣੀ ਜ਼ਿੰਦਗੀ ਦੇ ਵਿੱਚ, ਤੇ ਅਸੀਂ ਉਹਨਾਂ ਨੂੰ ਇਦਾਂ ਪੇਸ਼ ਕਰਦੇ ਹਾਂ। ਪਰ ਜਦੋਂ ਬੱਚਾ ਉਧਰਲੇ ਰਾਹ ਨੂੰ ਤੁਰ ਪੈਂਦਾ ਆ, ਮੌਜੂਦਾ ਸੰਘਰਸ਼ ਦੇ ਵਿੱਚ ਵੀ
ਤੇ ਜਿਹੜੇ ਉਹ ਮਾਪੇ ਜਿਹੜੇ ਉਹਨਾਂ ਨੂੰ ਸਾਖੀਆਂ ਸੁਣਾਉਂਦੇ ਉਹੀ ਉਹਨੂੰ ਮੁੜ ਕੇ ਖਿੱਚਣਾ ਪੈਂਦੇ ਆ, ਕਰਕੇ ਇੱਕ ਮੋਹ ਵੀ ਹੁੰਦਾ ਆ, ਇੱਕ ਡਰ ਵੀ ਹੁੰਦਾ ਆ। ਪਰ ਉਹ ਇੱਕ ਸਾਡੇ ਵਿੱਚ ਕਮਜ਼ੋਰੀ ਹੈ, ਮੇਰੇ ਵਰਗੇ ਮਾਪਿਆਂ ਦੇ ਵਿੱਚ ਕਮਜ਼ੋਰੀ ਹੈ ਕਿ ਸਾਡੇ ਬੱਚੇ ਜਿਹੜੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ, ਪਰ ਅਸੀਂ ਗੱਲ ਕਰਨੀ ਆ ਗੁਰੂ ਮਹਾਰਾਜ ਦੀ, ਗੱਲ ਕਰਨੀ ਆ ਗੁਰੂ ਗੋਬਿੰਦ ਸਿੰਘ ਦੀ, ਜਿਨ੍ਹਾਂ ਨੇ ਸਰਬੰਸ ਵਾਰਿਆ। ਇਹਦੇ ਵਿੱਚ ਇੱਕ ਕਨਫਿਊਜ਼ਨ ਆ ਸਾਡੇ ਵਿੱਚ। ਉਹ ਕਨਫਿਊਜ਼ਨ ਜਿਹੜਾ ਦੂਰ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਦੇ ਸਮੇਂ ਦੇ ਵਿੱਚ, ਕਿ ਅਸੀਂ ਗਾਂ ਇਹ ਜਿਹੜਾ ਸੰਘਰਸ਼ ਹੈ ਵਧਾਉਣਾ ਕਿੱਦਾਂ ਆ। ਸਰਕਾਰਾਂ ਦੇ ਦਾਇਰੇ ਦੇ ਵਿੱਚ ਰਹਿ ਕੇ ਉੱਥੇ ਤੱਕ ਸੀਮਤ ਹੋ ਕੇ ਕੋਈ ਵੀ ਸੰਘਰਸ਼ ਸਿੱਖਾਂ ਦਾ ਮੁਕੰਮਲ ਨਹੀਂ ਹੋ ਸਕਦਾ, ਕਰਕੇ ਤੁਸੀਂ ਉੱਥੇ ਤੱਕ ਹੀ ਰੱਖੋਗੇ। ਜਾਂ ਆਰਥਿਕ ਤੌਰ ਤੇ ਤੁਸੀਂ ਰੱਖੋਗੇ, ਸੱਭਿਆਚਾਰਕ ਬੋਲੀ ਤੇ ਆ ਜਿਹੜਾ ਕਿਸਾਨ ਮੋਰਚਾ ਆ, ਜਿਹੜੀ ਮਰਜ਼ੀ ਚੀਜ਼ ਤੁਸੀਂ ਲੈ ਲਓ, ਤੁਸੀਂ ਉੱਥੇ ਤੱਕ ਸੀਮਤ ਰਹਿ ਕੇ ਤੁਹਾਡਾ ਹਾਲ ਉਹੀ ਰਹਿਣਾ। ਸਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਆ। ਇੱਕ ਬੜੀ ਇੰਟਰਸਟਿੰਗ ਗੱਲ ਆ ਕਿ ਜਦੋਂ ਸਿੱਖ ਜਿਹੜੇ ਸਿਆਸੀ ਕੈਦੀ ਆ, ਪੋਲੀਟੀਕਲ ਪ੍ਰਿਜ਼ਨਰਸ ਆ, ਉਹ ਜੇਲ੍ਹਾਂ ਦੇ ਵਿੱਚ ਨੇ, ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ, ਭਾਵੇਂ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਆ, ਪ੍ਰੋਫੈਸਰ ਦਵਿੰਦਰ ਸਾਹਿਬਪਾਲ ਸਿੰਘ ਭੁੱਲਰ ਆ, ਹੁਣ ਦੇ ਸਮੇਂ ਦੇ ਵਿੱਚ ਭਾਈ ਜਗਤਾਰ ਸਿੰਘ ਜੌਹਲ ਆ, ਜਦੋਂ ਅਸੀਂ ਇਹਨਾਂ ਦੀ ਗੱਲ ਕਰਨੀ ਆ, ਸਾਨੂੰ ਦੱਸਿਆ ਜਾਂਦਾ ਆ ਕਿ ਤੁਸੀਂ ਜਦੋਂ ਗੱਲ ਕਰਨੀ ਆ, ਤੁਸੀਂ ਖਾਲਿਸਤਾਨ ਨਹੀਂ ਕਹਿਣਾ। ਤੇ ਅਸੀਂ ਗੱਲ ਕਾਹਦੀ ਕਰੀਏ? 30 35 ਸਾਲ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਆ, ਉਹ ਸਾਨੂੰ ਸੁਨੇਹੇ ਭੇਜ ਰਹੇ ਕਿ ਤੁਸੀਂ ਖਾਲਿਸਤਾਨ ਦੀ ਗੱਲ ਕਰੋ। ਅਸੀਂ ਜੇਲ੍ਹ ਹੀ ਖਾਲਿਸਤਾਨ ਲਈ ਗਏ ਆ ਸੰਘਰਸ਼ ਲੜ ਕੇ, ਕਿ ਤੁਸੀਂ ਕਾਹਤੇ ਬੋਲ ਬੰਦ ਕਰਨੇ। ਸਾਡੇ ਆਪ ਦੇ ਆਗੂ ਸਾਨੂੰ ਸਿਖਾਉਂਦੇ ਆ ਕਿ ਤੁਸੀਂ ਗੱਲ ਨਹੀਂ ਕਰਨੀ। ਇਹ ਕਨਫਿਊਜ਼ਨ ਨਹੀਂ ਤਾਂ ਹੋਰ ਕੀ ਆ ਸਾਡੇ ਵਿੱਚ। ਸਾਨੂੰ ਇਹ ਆ ਕਿ ਬੰਦੇ ਛੁੱਟਣੇ ਚਾਹੀਦੇ ਆ। ਬੰਦੇ ਜਿਹੜੇ ਅੰਦਰ ਆ ਉਹ ਕਹਿੰਦੇ ਆ ਕਿ ਅਸੀਂ ਇਦਾਂ ਨਹੀਂ ਛੁੱਟਣਾ। ਉਹ ਤਾਂ ਸਾਨੂੰ ਕਹਿ ਰਹੇ ਆ ਕਿ ਤੁਸੀਂ ਖਾਲਿਸਤਾਨ ਨੂੰ ਨਖੇਧ ਦਿਓ, ਪਾਸੇ ਕਰ ਦਿਓ, ਅਸੀਂ ਤੁਹਾਨੂੰ ਛੱਡ ਦਿੰਦੇ ਆ। ਭਾਈ ਗੁਰਦੀਪ ਸਿੰਘ ਕਰਨਾਟਕਾ ਦੇ ਨਾਲ ਇਹ ਗੱਲ ਹੋਈ। ਉਹਨਾਂ ਦੇ ਪਿਤਾ ਜੀ ਨੂੰ ਦਿੱਲੀ ਬੁਲਾ ਕੇ ਜਦੋਂ ਉਹਨਾਂ ਦੀ ਪੇਸ਼ੀ ਸੀਗੀ, ਉਹਦੇ ਵਿੱਚ ਉਹਨਾਂ ਨੂੰ ਕਿਹਾ ਕਿ ਆ ਪੇਪਰਾਂ ਤੇ ਸਾਈਨ ਕਰ ਦਿਓ। ਉਹਨਾਂ ਦੀ ਚਿੱਠੀ ਇੱਥੇ ਗੁਰਦੁਆਰਾ ਸਾਹਿਬ ਤੱਕ ਵੀ ਪਹੁੰਚੀ ਹੈ ਭਾਈ ਗੁਰਦੀਪ ਸਿੰਘ ਦੀ, ਇਸ ਗੱਲ ਦਾ ਵਰਤਾਰੇ ਦੇ ਦੱਸਣ ਵਾਲੇ, ਕਿ ਆ ਪੇਪਰਾਂ ਤੇ ਸਾਈਨ ਕਰ ਦਿਓ, ਤੁਹਾਡੇ ਮੁੰਡੇ ਨੂੰ ਅਸੀਂ ਛੱਡ ਦਿੰਦੇ ਹਾਂ। ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ਅਸੀਂ ਇਦਾਂ ਨਹੀਂ ਛੁੱਟਣਾ, ਕਿ ਅਸੀਂ ਕਦੀ ਵੀ ਨਹੀਂ ਸਾਈਨ ਕਰ ਸਕਦੇ। ਮੁੜ ਕੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਉਹ ਜਿਹੜੇ ਸੂਰਮੇ ਆ ਉੱਥੇ ਬੈਠੇ ਆ। ਕਮਜ਼ੋਰੀ ਜਿਹੜੀ ਆ ਉਹ ਹੁਣ ਸਾਡੇ ਵਿੱਚ ਆ ਗਈ ਆ ਬਾਹਰ ਬੈਠਿਆਂ ਨੂੰ, ਕਰਕੇ ਆ ਜਿਹੜੀ ਜ਼ਿੰਦਗੀ ਆ ਜਿੱਥੇ ਅਸੀਂ ਬਾਹਰ ਬੈਠੇ ਆ ਸਪੈਸ਼ਲੀ, ਇਹ ਬੜੀ ਹੁਣ ਚੰਗੀ ਲੱਗ ਰਹੀ ਆ ਸਾਰਿਆਂ ਨੂੰ, ਮਾਈਸੈਲਫ ਇਨਕਲੂਡਡ ਇਹਦੇ ਵਿੱਚ ਆ। ਪਰ ਜਿੱਥੇ ਸਾਡੀ ਕਮਜ਼ੋਰੀ ਆ, ਸਾਨੂੰ ਕਮਜ਼ੋਰੀ ਨੂੰ ਮੰਨ ਲੈਣਾ ਚਾਹੀਦਾ ਹੈ। ਬੰਦਾ ਤਾਂ ਹੀ ਗੱਲ ਗਾਂਹ ਵੱਧ ਸਕਦਾ ਆ। ਜਦੋਂ ਤੁਸੀਂ ਜਾਂ ਮੈਂ ਆਪਣੀ ਜਿਹੜੀ ਨਿੱਜੀ ਕਮਜ਼ੋਰੀ ਆ ਉਹਨੂੰ ਪੰਥ ਦੀ ਕਮਜ਼ੋਰੀ ਬਣਾਉਂਦੇ ਆ, ਉਹਦੇ ਵਿੱਚ ਸਾਨੂੰ ਪੰਥਕ ਤੌਰ ਤੇ ਘਾਟ ਪੈਂਦੀ ਆ, ਸੱਟ ਵੱਜਦੀ ਆ। ਜੂਨ 1984 ਜਿਹੜਾ ਆ, ਜੇ ਅਸੀਂ ਸੰਤ ਦੀ ਨਹੀਂ ਗੱਲ ਕਰ ਸਕਦੇ, ਖਾਲਿਸਤਾਨ ਦੀ ਨਹੀਂ ਗੱਲ ਕਰ ਸਕਦੇ, ਤੇ ਅਸੀਂ ਉੱਥੇ ਗੱਲ ਜਿਹੜੀ ਆ ਕਾਹਦੀ ਕਰ ਰਹੇ ਆ? ਛੋਟੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੇ ਗੁਰਮਤਾ ਲਿਖਿਆ, ਪੰਥ ਪ੍ਰਕਾਸ਼ ਦੇ ਵਿੱਚ ਦਰਜ ਆ, ਜੋ ਨਿਕਸ ਜਹੇ ਰਾਜ ਲਹੇ ਮਰੇ ਗੁਰਪੁਰ ਜਾਏ। ਕਿ ਜਿਹੜਾ ਹੁਣ ਇਹ ਘੇਰੇ ਚੋਂ, ਨਸਲਕੁਸ਼ੀ ਚੋਂ, ਘੱਲੂਘਾਰੇ ਚੋਂ ਨਿਕਲ ਗਿਆ ਆ, ਉਹਦਾ ਇੱਕੋ ਹੀ ਕੰਮ ਆ ਕਿ ਤੁਸੀਂ ਰਾਜ ਸਥਾਪਿਤ ਕਰਨਾ ਆ। ਜਿਹੜੇ ਸ਼ਹੀਦ ਹੋ ਗਏ ਉਹ ਤਾਂ ਗੁਰੂ ਦੇ ਕੋਲ ਗਏ। ਵੱਡੇ ਘੱਲੂਘਾਰੇ ਤੋਂ ਬਾਅਦ ਤਤ ਖਾਲਸਾ ਰਹਿ ਗਏ, ਉਹ ਗਏ, ਉਹ ਸੁਖੋਟ ਗਵਾਏ। ਹਾਲੇ ਵੀ ਤਤ ਖਾਲਸਾ ਜਿਉਂਦਾ ਆ। ਮਹੀਨਿਆਂ ਦੇ ਵਿੱਚ ਹੀ ਅਬਦਾਲੀ ਨੂੰ ਭਜਾ ਕੇ ਮੁੜ ਕੇ ਪੰਜਾਬ ਦੇ ਉੱਤੇ ਰਾਜ ਜਲ ਨੂੰ ਫੇਰ ਸਥਾਪਤੀ ਤੇ ਤੁਰ ਪਏ ਸਿੱਖ। ਸਾਡਾ ਜਿਹੜਾ ਮਿਸ਼ਨ ਆ ਪਾਤਸ਼ਾਹੀ ਦਾ, ਰਾਜ ਦਾ, ਉਹਨੂੰ ਪਾਸੇ ਰੱਖ ਕੇ ਅਸੀਂ ਜਿਹੜੀਆਂ ਦੁਨਿਆਵੀ ਪ੍ਰਾਪਤੀਆਂ ਆ ਉਹਨਾਂ ਵੱਲ ਨੂੰ ਹੁਣ ਜ਼ਿਆਦਾ ਵਧਣਾ ਪਏ ਆ। ਤੇ ਇਹ ਗੱਲਾਂ ਬੜੀਆਂ ਜ਼ਰੂਰੀ ਆ ਕਰਨ ਲਈ, ਕਿ ਇਹ ਨਹੀਂ ਹੈਗਾ ਕਿ ਸੰਗਤ ਥੋੜੀ ਹੈ ਤੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਿਤੇ ਨਾ ਕਿਤੇ ਇਹ ਗੱਲ ਜਾਂਦੀ ਆ, ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਆ। ਤੇ ਨੌਜਵਾਨਾਂ ਵੱਲੋਂ ਜਿਹੜੇ ਸੈਮੀਨਾਰ ਸਾਰੇ ਹਫ਼ਤੇ ਲਈ ਅਸੀਂ ਕਰ ਰਹੇ ਆ, ਉਹਦੇ ਵਿੱਚ ਇਹ ਗੱਲ ਮੁੜ ਕੇ ਆਉਂਦੀ ਹੈ ਕਿ ਜੇ ਤੁਸੀਂ ਇਹ ਬੜੀ ਸਿੰਪਲੀਫਾਈ ਗੱਲ ਕਰਨੀ ਆ, ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਆ, ਸਿੱਖ ਜਿਹੜੇ ਰੋਲ ਮਾਡਲ ਦੀ ਗੱਲ ਹੁੰਦੀ ਆ ਕਿ ਸਿੱਖਾਂ ਦੇ ਰੋਲ ਮਾਡਲ ਕੌਣ ਆ, ਤੇ ਜਿਹੜੇ ਅਸੀਂ ਇੱਕ ਟਰਮ ਯੂਜ਼ ਕਰਦੇ ਆ ਸਕਸੈਸਫੁਲ ਸਿੱਖ ਕੌਣ ਨੇ? ਮਤਲਬ ਕਿ ਕਾਮਯਾਬ ਸਿੱਖ ਕਹਿ ਲਓ, ਜਿਨ੍ਹਾਂ ਨੇ ਕੋਈ ਕਾਮਯਾਬੀ ਪ੍ਰਾਪਤ ਕੀਤੀ ਹੈ। ਦੁਨਿਆਵੀ ਪੱਧਰ ਤੇ, ਦੁਨਿਆਵੀ ਸਿਆਸਤ ਦੇ ਵਿੱਚ ਜਾਣ ਵਾਲੇ ਲੋਕ ਜਿਹੜੇ ਸਿੱਖਾਂ ਦੇ ਘਰਾਂ ਚੋਂ ਗਏ ਆ, ਉਹ ਨਾਲ ਅਸੀਂ ਦੇਖਣਾ ਪੈਂਦੇ ਆ। ਜਗਮੀਤ ਸਿੰਘ ਆ, ਹਰਜੀਤ ਸਿੰਘ ਸੱਜਣ ਆ, ਫਲਾਨਾ ਆ, ਉਹ ਫਲਾਨਾ ਜਿਹੜਾ ਆ ਉਹ ਮਾਸਟਰ ਕਾਰਡ ਦਾ CEO ਆ, ਫਲਾਨਾ ਜਿਹੜਾ ਆ ਉਹ ਇਦਾਂ ਆ। ਸਿੱਖਾਂ ਨੂੰ ਉਹਨਾਂ ਚੋਂ ਕੀ ਮਿਲਿਆ ਆ? ਕੋਈ ਬੰਦਾ ਸਿੱਖਾਂ ਦੇ ਘਰ ਜਨਮ ਲੈ ਕੇ ਆਪਣਾ ਕੈਰੀਅਰ ਜਿਹੜਾ ਹੈ ਵਧਾਉਂਦਾ ਆ, ਉਹਦੇ ਵਿੱਚ ਉਹਨੂੰ ਕਾਮਯਾਬੀ ਕਿੱਦਾਂ ਗਿਣ ਸਕਦੇ ਆ? ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ,
ਜਿਹੜੇ ਬੰਦੇ ਅੱਜ ਵੀ ਸੰਘਰਸ਼ ਲੜ ਰਹੇ ਆ, ਜਿਹੜੇ ਬੰਦੇ ਗੁਪਤ ਹੋ ਕੇ ਭਗਤੀ ਕਰਕੇ ਸਿੱਖੀ ਕਮਾ ਰਹੇ ਆ, ਉਹਨਾਂ ਦੀ ਗੱਲ ਘੱਟ ਆ ਹੁਣ। ਗੱਲ ਜਿੱਥੇ ਜਾ ਰਹੀ ਆ, ਮਤਲਬ ਇਹ ਆ ਕਿ ਜਿਹੜੀ ਮੇਰਾ ਕਿ ਕਹਿਣ ਦਾ ਕਿ ਦੁਨਿਆਵੀ ਪੱਧਰ ਤੇ ਸਾਨੂੰ ਜਿਹੜੇ ਬਾਹਰੋਂ ਜਿਹੜੇ ਸਿੱਖ ਆ, ਜਿਹੜੇ ਹਾਈ ਪ੍ਰੋਫਾਈਲ ਪੋਸਟ ਤੇ ਚਲੇ ਜਾਂਦੇ ਆ, ਅਸੀਂ ਉਹਨਾਂ ਵੱਲ ਦੇਖਦੇ ਹਾਂ ਕਿ ਇਦਾਂ ਦੇ ਸਾਡੇ ਬੱਚੇ ਹੋਣ। ਪਰ ਕਿਉਂ? ਦੁਨਿਆਵੀ ਕਾਮਯਾਬੀ ਦੇ ਵਿੱਚ ਭੋਗਾਂ ਦੇ ਸ਼ਲੋਕ ਪੜ੍ਹ ਕੇ ਗਏ ਆ ਸਿੰਘ ਆਪਣੇ, ਉਹਦੇ ਵਿੱਚ ਸਾਫ਼ ਕਈ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੁਪਨੇ ਜਿਉ ਸੰਸਾਰ ਦੀ ਗੱਲ ਕੀਤੀ ਹੈ ਕਿ ਸੁਪਨਾ ਆ, ਉੱਠੂਗੇ ਇੱਕ ਦਿਨ ਇਹ ਤੋਂ ਅਸੀਂ ਸਾਰੇ, ਤੇ ਜਦੋਂ ਪੇਸ਼ ਹੋਣਾ ਆ ਉੱਥੇ ਅਸੀਂ ਮੂੰਹ ਦਿਖਾਉਣ ਜੋਗੇ ਹੋ ਜਾਈਏ ਕਿ ਅਸੀਂ ਪੰਥ ਲਈ, ਗੁਰੂ ਗ੍ਰੰਥ ਲਈ ਕੀ ਕਰਕੇ ਆਏ ਆ। ਸਿਰਫ ਇੰਨੀ ਕੀ ਗੱਲ ਆ। ਉਹਦੇ ਵਿੱਚ ਜਿਹੜੀ ਸਿੱਖਾਂ ਦੀ ਵਿੱਦਿਆ ਆ, ਸਿੱਖਾਂ ਦੀ ਵਿੱਦਿਆ, ਦੁਨਿਆਵੀ ਨਹੀਂ, ਦੁਨਿਆਵੀ ਤਾਂ ਅਸੀਂ ਵੀ ਬਹੁਤ ਹਾਸਲ ਕੀਤੀ ਆ ਇੱਥੇ ਜੰਮ ਪਲ ਕੇ। ਸਿੱਖਾਂ ਦੀ ਵਿੱਦਿਆ ਜਿਹੜੀ ਆ, ਭਗਤੀ ਆ, ਨਾਮ ਦੀ ਕਮਾਈ ਆ। ਮਹਾਰਾਜ ਸਾਨੂੰ ਇਹੀ ਦੱਸਦੇ, ਸੋ ਪੜਿਆ ਸੋ ਪੰਡਤ ਬੀਨਾ ਜਿੰਨੀ ਕਮਾਣਾ ਨਾਉ। ਨਾਮ ਦੀ ਕਮਾਈ ਜਿਹੜੀ ਆ, ਅਸਲ ਕਮਾਈ ਤਾਂ ਉਹ ਆ, ਪਰ ਅਸਲ ਪੜ੍ਹਾਈ ਵੀ ਉਹੀ ਆ। ਦੁਨਿਆਵੀ ਪੜ੍ਹਾਈ ਜਿਹੜੀ ਆ ਉਹ ਇੱਕ ਸਾਧਨ ਆ, ਇੱਕ ਹਥਿਆਰ ਆ ਸਾਡੇ ਲਈ। ਸਿੱਖ ਹੋਣ ਦੇ ਨਾਤੇ ਅਸੀਂ ਦੂਜਿਆਂ ਨੂੰ ਸਮਝ ਸਕੀਏ, ਅਸੀਂ ਆਪ ਦੀ ਸਿੱਖ ਸਿਆਸਤ ਦੇ ਵਿੱਚ ਹੋਰ ਤਕੜੇ ਹੋ ਸਕੀਏ, ਇਹ ਇੱਕ ਸਾਡੇ ਲਈ ਸਾਧਨ ਆ। ਸਭ ਕੁਝ ਨਹੀਂ ਹੈ ਇਹਦੇ ਵਿੱਚ, ਤੁਹਾਨੂੰ ਪਤਾ ਆ, ਸਭ ਕੁਝ ਇੱਥੇ ਹੀ ਆ, ਹੋਰ ਕਿਤੇ ਨਹੀਂ ਹੈ। ਪਰ ਇੱਥੋਂ ਬਾਂਹ ਛਡਾ ਕੇ ਬਾਹਰਲੇ ਕਿਸੇ ਦੇਸ਼ ਦੇ ਸਰਕਾਰਾਂ ਨੂੰ ਫੜਾ ਕੇ ਅਸੀਂ ਆਪਣੀ ਪ੍ਰਾਪਤੀ ਚਾਹੁੰਦੇ ਹਾਂ। ਕਦੀ ਅਮਰੀਕਾ, ਕਦੀ ਕੈਨੇਡਾ, ਕਦੀ UNO, ਕਦੀ ਫਲਾਨਾ, ਕਦੀ ਫਲਾਨਾ, ਕਦੀ ਫਲਾਨਾ। ਸਾਡੇ ਵਿੱਚ ਬੈਠੇ ਹੀ ਬੰਦੇ ਜਿਹੜੇ ਆ, ਉਹਨਾਂ ਨੂੰ ਇਹੀ ਪਿਆ ਹੁੰਦਾ ਆ ਕਿ ਅਸੀਂ ਬੰਦਿਆਂ ਨੂੰ ਤੋੜ ਮਰੋੜ ਕੇ, ਬਾਹਰਲੇ ਗੁਰਦੁਆਰੇ ਵੀ ਆ, ਜਥੇਬੰਦੀਆਂ ਵੀ ਆ, ਉਹਦੇ ਵਿੱਚ ਵੀ ਇਹੀ ਗੱਲ ਚੱਲਦੀ ਰਹਿੰਦੀ ਹੈ ਕਿ ਫਲਾਣੇ ਬੰਦੇ ਨੂੰ ਤੁਸੀਂ ਕਿੱਦਾਂ ਕਾਬੂ ਕਰਨਾ ਹੈ, ਜਿਹੜਾ ਕੋਈ ਜ਼ਿਆਦਾ ਬੋਲਣਾ ਪੈਂਦਾ ਹੈ। ਤੇ ਉਹਦੇ ਆਲੇ ਦੁਆਲੇ ਜਾਂ ਉਹ ਸੰਸਥਾ ਦੇ ਆਲੇ ਦੁਆਲੇ ਇੱਕ ਜਾਲ ਫਸਾਇਆ ਜਾਂਦਾ ਹੈ। ਇਹ ਜੂਨ 'ਚ ਵੀ ਹੋਇਆ। ਸਾਡੇ ਇਤਿਹਾਸ ਦੇ ਵਿੱਚ ਇਦਾਂ ਦੇ ਬਹੁਤ ਕੈਰੈਕਟਰ ਜਿਹੜੇ ਆ ਸਾਡੇ ਵਿੱਚੋਂ ਹੀ ਆਣ ਕੇ ਸਾਨੂੰ ਬਰਬਾਦ ਕਰਦੇ ਆ, ਗੁਰਦੁਆਰੇ ਲੈਵਲ ਤੇ ਵੀ ਕਰਦੇ ਆ, ਤੇ ਜਿਹੜੀ ਪੰਥਕ ਲੈਵਲ ਤੇ ਉੱਥੇ ਵੀ ਕਰਦੇ ਆ। ਵੈਰੀ ਦੇ ਨਾਲ ਸਾਂਝ ਪਾ ਕੇ ਉਹਨਾਂ ਨੇ ਖਰਾਬੀਆਂ ਕਰਨੀਆਂ ਹੁੰਦੀਆਂ, ਤੇ ਅੱਜ ਵੀ ਇਸ ਦਰਬਾਰ ਦੇ ਵਿੱਚ ਜ਼ਰੂਰ ਮੌਜੂਦ ਹੋਣਗੇ। ਜੇ ਸੰਤਾਂ ਦੇ ਸਮੇਂ ਦੇ ਵਿੱਚ ਉਹਨਾਂ ਦੇ ਮੋਹਰੇ ਬੰਦੇ ਜਾ ਕੇ ਖੜ ਸਕਦੇ ਆ, ਕਿ ਜਾਸੂਸੀ ਕਰ ਸਕਦੇ ਆ, ਸਾਡੇ ਵਿੱਚ ਤਾਂ ਜ਼ਰੂਰ ਹੋਣਗੇ ਇੱਥੇ ਕਿਤੇ। ਸਾਨੂੰ ਜਿਹੜੀ ਸਮਝ ਹੈ ਕਿ ਉਹ ਬੰਦਿਆਂ ਨੇ ਆਪਣਾ ਕੰਮ ਕਰਨਾ ਹੀ ਕਰਨਾ ਆ। ਅਸੀਂ ਗੱਲਾਂ 'ਚ ਪੈ ਜਾਂਦੇ ਆ, ਤੇ ਅਸੀਂ ਜਿਹੜਾ ਸਾਡਾ ਮਿਸ਼ਨ ਹੈ ਉਹ ਤੋਂ ਦੂਰ ਹੋਏ ਆ। ਪਰ ਸਾਨੂੰ ਇਹ ਗੱਲ ਦਾ ਮਹਿਸੂਸ ਹੋਣਾ ਚਾਹੀਦਾ ਆ ਕਿ ਜਦੋਂ ਅਸੀਂ ਜੂਨ ਦੇ ਮਹੀਨੇ 'ਚ ਆਉਂਦੇ ਆ, ਇੱਕ ਚੜ੍ਹਦੀ ਕਲਾ ਦਾ ਐਟਮੋਸਫੀਅਰ ਹੈ ਸਾਡੇ ਲਈ, ਮਾਯੂਸੀ ਦਾ ਨਹੀਂ। ਇਹਦੇ ਵਿੱਚ ਗਾਂਹ ਵਧਣ ਲਈ ਜਦੋਂ ਅਸੀਂ ਗੱਲ ਕਰਨੀ ਆ, ਸੰਤ ਜਰਨੈਲ ਸਿੰਘ ਦੇ ਜਿੰਨੇ ਵੀ ਸ਼ਹੀਦ ਹੋਏ ਆ ਸਿੱਖ ਉੱਥੇ, ਤੇ ਉਹਨਾਂ ਦੇ ਨਾਲ ਨਾਲ ਜਿਹੜੀ ਖਾਲਿਸਤਾਨ ਦੀ ਗੱਲ ਹੈ, ਉਹ ਤੋਂ ਬਿਨਾਂ ਇਹ ਗੱਲ ਜਿਹੜੀ ਹੈ ਅਧੂਰੀ ਆ। ਜਿੱਥੇ ਇਹ ਗੱਲ ਨਹੀਂ ਹੁੰਦੀ, ਉੱਥੇ ਵੀ ਇਹ ਸਵਾਲ ਉੱਠਣਾ ਚਾਹੀਦਾ ਹੈ ਕਿ ਕਿਉਂ ਨਹੀਂ ਹੁੰਦੀ। ਇੰਨਾ ਡਰ ਕਿਉਂ ਆ ਅੱਜ ਦੇ ਸਮੇਂ ਦੇ ਸਿੱਖਾਂ ਦੇ ਵਿੱਚ? ਸਾਡੇ ਘਰ ਦੇ ਵਿੱਚ, ਸਾਡੇ ਘਰ 'ਚ ਸਿੱਖੀ ਹੈ ਨਹੀਂ ਸੀ। 1984 ਨੇ ਸਾਡੇ ਘਰ ਦੇ ਵਿੱਚ ਸਿੱਖੀ ਲਿਆਂਦੀ। ਇੱਥੇ ਕਈ ਸਿੰਘ ਵੀ ਹੈਗੇ ਆ ਜਿਹੜੇ ਮੇਰੇ ਫਾਦਰ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਉਹਨਾਂ ਦੀ ਰਹਿਣੀ ਬਹਿਣੀ ਸਿੱਖਾਂ ਦੀ ਨਹੀਂ ਸੀਗੀ, ਨਾ ਉਹਨਾਂ ਨੇ ਅੰਮ੍ਰਿਤ ਛਕਿਆ ਸੀਗਾ। ਸਾਡੇ ਘਰ ਦੇ ਵਿੱਚ ਚਾਚੇ ਤਾਏ ਤੋਂ ਲੈ ਕੇ ਮਾਮੇ ਭੂਆ ਤੱਕ, ਮਾਸੀਆਂ ਤੱਕ, ਕਿਸੇ ਨੇ ਨਹੀਂ ਅੰਮ੍ਰਿਤ ਛਕਿਆ। ਜੂਨ 1984 ਹੋਈ, ਦਿਨਾਂ ਦੇ ਵਿੱਚ ਸਾਡੇ ਫਾਦਰ ਸਾਹਿਬ ਨੇ ਅੰਮ੍ਰਿਤ ਛਕ ਲਿਆ, ਤੇ ਉਧਰ ਦੇ ਰਾਹ ਨੂੰ ਤੁਰ ਪਏ। ਸਿਰਫ ਸਾਡਾ ਘਰ ਨਹੀਂ, ਇੱਦਾਂ ਬਾਹਰਲੇ ਦੇਸ਼ਾਂ ਦੇ ਵਿੱਚ 1984 ਦੇ ਜੰਗ ਤੋਂ ਬਾਅਦ ਤੇ ਹਮਲੇ ਤੋਂ ਬਾਅਦ ਸਿੱਖੀ ਮੁੜ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਆਈ। ਜਿਹੜੇ ਆਪਣੇ ਆਪ ਨੂੰ ਸਿਰਫ ਸਿੱਖਾਂ ਦੇ ਘਰ ਜੰਮਣ ਵਾਲੇ ਗਿਣਦੇ ਸੀਗੇ, ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਮੁੜ ਕੇ ਸਿੱਖੀ ਅਪਣਾਈ। ਇੰਨੀ ਵੱਡੀ ਸੱਟ ਵੱਜੀ ਇਮੋਸ਼ਨਲ ਲੈਵਲ ਤੇ, ਪਰ ਉਸ ਤੋਂ ਬਾਅਦ ਉਹਨਾਂ ਨੇ ਸਿੱਖੀ ਕਮਾਈ। ਸਾਡੇ ਘਰ ਦੇ ਵਿੱਚ ਸਾਡੇ ਫਾਦਰ ਸਾਹਿਬ ਨੇ ਅੰਮ੍ਰਿਤ ਛਕਿਆ, ਉਸ ਤੋਂ ਅੱਗੇ ਸਾਡੇ ਮਾਸੀਆਂ ਨੇ ਅੰਮ੍ਰਿਤ ਛਕਿਆ, ਉਸ ਤੋਂ ਅੱਗੇ ਸਾਡੇ ਉਹਨਾਂ ਦੇ ਬੱਚਿਆਂ ਨੇ। ਸਾਡੇ ਘਰ ਦੇ ਵਿੱਚ ਦਸਤਾਰਬੰਦੀ ਬੱਚੇ ਬਹੁਤ ਨੇ। ਪਰ ਜੂਨ 1984 ਨੇ ਸਾਨੂੰ ਕੀ ਦਿੱਤਾ? ਇੱਕ ਅਹਿਸਾਸ ਦਿੱਤਾ ਕਿ ਅਸੀਂ ਕੌਣ ਆ।
ਤੇ ਸਿੱਖੀ ਸਾਡੇ ਘਰਾਂ ਦੇ ਵਿੱਚ ਮੁੜ ਕੇ ਫਿਰ ਵਾਪਸ ਆਈ। ਤੋ ਇਹਨੂੰ ਸਿਰਫ ਇੱਥੇ ਤੱਕ ਸੀਮਤ ਰੱਖਣਾ ਕਿ ਅਸੀਂ ਮਰ ਗਏ, ਬਰਬਾਦ ਹੋ ਗਏ, ਲੁੱਟ ਗਏ, ਇਹ ਗੱਲ ਠੀਕ ਨਹੀਂ ਹੈਗੀ। ਕਿਉਂਕਿ ਜੋ ਵੀ ਉੱਥੇ ਸ਼ਹੀਦ ਹੋਏ ਉਹਨਾਂ ਦੀ ਵੀ ਬਹੁਤ ਵੱਡੀ ਪ੍ਰਾਪਤੀ ਹੈ। ਜੋ ਉੱਥੇ ਮਲ ਟੁੱਟਿਆ, ਸੋਨਾ ਲੁੱਟਿਆ ਗਿਆ, ਜੋ ਕੁਝ ਵੀ ਆ ਉਹ ਅਸੀਂ ਮੁੜ ਕੇ ਲਾ ਲਿਆ। ਜਿਹੜੀ ਉੱਥੇ ਨੀਂਹ ਰੱਖੀ ਗਈ ਸੀਗੀ ਸਿਧਾਂਤਕ ਪੱਖ ਤੋਂ, ਉਹ ਨੀਂਹ ਤੇ ਹੁਣ ਜਿਹੜੀ ਉਸਾਰੀ ਕਰਨੀ ਆ ਖਾਲਿਸਤਾਨ ਦੀ, ਉਹ ਹੁਣ ਬਾਕੀ ਆ। ਬਾਕੀ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਉਸ ਗੱਲ ਤੋਂ ਬਿਨਾਂ ਅਧੂਰੀ ਹੈ। ਤੇ ਜਦੋਂ ਅਸੀਂ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਅਖੰਡ ਪਾਠ ਸਾਹਿਬ ਹੁੰਦੇ ਆ, ਗੁਰਬਾਣੀ ਰਚੀ ਜਾਂਦੀ ਆ, ਉਹ ਗੁਰਬਾਣੀ ਨੂੰ ਲੈ ਕੇ ਜੇ ਅਸੀਂ ਉਹਨੂੰ ਸੇਵਾ ਦੇ ਵਿੱਚ ਨਹੀਂ ਲਿਆਉਂਦੇ, ਉਹਦੇ ਵਿੱਚ ਅਸੀਂ ਵੀ ਅਧੂਰੇ ਹਾਂ। ਉਦਮ ਕਰਤ ਸੀਤਲ ਮਨ ਪਏ, ਮਾਰਗ ਚਲਤ ਸਗਲ ਦੁੱਖ ਗਏ। ਮਹਾਰਾਜ ਜੀ ਸਾਨੂੰ ਬਚਨ ਆ, ਸਾਨੂੰ ਤਾਂ ਮਹਾਰਾਜ ਦੇ ਇੰਨੇ ਵੱਡੇ ਬਚਨ ਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ, ਕਿ ਉਹਨਾਂ ਨੇ ਤਾਂ ਸਾਨੂੰ ਸਾਡੇ ਘਰ ਦਾ ਵੀ ਦੱਸਿਆ ਕਿ ਹਰ ਕਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਅਸੀਂ ਤਾਂ ਇਹੋ ਜਿਹੇ ਘਰ ਨੂੰ ਪੈਦਾ ਕਰਨੇ ਤੁਰੇ ਹਾਂ ਜਿੱਥੇ ਸੁੱਖ ਹੀ ਸੁੱਖ ਹੋਵੇ, ਕੋਈ ਦੁੱਖ ਨਾ ਹੋਵੇ। ਪਰ ਉਹਦੇ ਵਿੱਚ ਸ਼ਰਤ ਵੀ ਆ ਮਹਾਰਾਜ ਦੀ ਕਿ ਪਹਿਲੋ ਸੁੱਖ ਤੇ ਦੁੱਖ ਨੂੰ ਸਿੱਖ ਸਮਝ ਲਵੇ ਕਿ ਹੈ ਕੀ। ਦੁੱਖ ਤਦੇ ਜਦ ਵਿਸਰੇ, ਸੁੱਖ ਪ੍ਰਭ ਚਿਤ ਆਏ। ਦੁੱਖ ਤਾਂ ਉਦੋਂ ਹੀ ਆ ਸਿੱਖ ਨੂੰ ਉਹਦੀ ਜ਼ਿੰਦਗੀ 'ਚ ਆਉਂਦਾ ਜਦੋਂ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਤੋਂ ਵਾਂਝਾ ਹੋ ਜਾਂਦਾ ਤੇ ਉਹਦੀ ਰਜ਼ਾ ਦੇ ਵਿੱਚ ਰਹਿ ਕੇ, ਸਿਮਰਨ ਸੇਵਾ ਦੇ ਵਿੱਚ ਲੱਗ ਕੇ, ਸੰਘਰਸ਼ ਦੇ ਵਿੱਚ ਲੱਗ ਕੇ ਸੌਖੀ ਸੌਖਿਆ। ਤਾਂ ਹੀ ਜਿਹੜੀ ਗੱਲ ਆ ਕਿ ਜਦੋਂ ਮਾਰਗ ਚਲਤ ਸਗਲ ਦੁੱਖ ਗਏ, ਸਾਨੂੰ ਜਿਹੜੇ ਉਹ ਮਾਰਗ ਤੇ ਚੱਲਣ ਵਾਲੇ ਆ, ਸਾਨੂੰ ਲੱਗਦਾ ਆ ਕਿ ਉਹ ਦੁੱਖ ਸਹਾਰ ਰਹੇ ਆ, ਉਹ ਕਸ਼ਟ ਸਹਾਰ ਰਹੇ ਆ, ਉਹ ਅਤਿਆਚਾਰ ਸਹਾਰ ਰਹੇ ਆ, ਪਰ ਉਹਨਾਂ ਨੂੰ ਉਹ ਸੁੱਖ ਮਹਿਸੂਸ ਹੋ ਰਿਹਾ ਹੈ ਕਿ ਅਸਲ ਪ੍ਰਾਪਤੀ ਸਾਡੀ ਜ਼ਿੰਦਗੀ ਦੀ ਤਾਂ ਇਹੀ ਸੀਗੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਇੱਥੇ ਤੁਸੀਂ ਮੈਂ ਬਣਾ ਕੇ ਚਲੇ ਜਾਣਾ ਆ, ਇੱਥੇ ਹੀ ਰਹਿ ਜਾਣਾ ਆ। ਉਹਦੀ ਵੈਲਿਊ ਨਹੀਂ ਹੈਗੀ ਸਿੱਖੀ ਦੇ ਵਿੱਚ। ਕਿਰਤ ਕਮਾਈ ਕਰਨੀ ਜਿਹੜੀ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਰੱਜ ਕੇ ਕਰੀਏ। ਪੰਥ ਦੇ ਲੇਖੇ ਲੱਗੇ, ਅਸੀਂ ਪੰਥ ਦੇ ਲੇਖੇ ਲੱਗੀਏ। ਇਹਦੇ ਵਿੱਚ ਹੀ ਸਾਨੂੰ ਸਾਰੀਆਂ ਦੀਆਂ ਸਾਰੀਆਂ ਪ੍ਰਾਪਤੀਆਂ ਆ। ਜਦੋਂ ਅਸੀਂ ਇੱਥੋਂ ਛੁਡਾ ਕੇ ਆਪਣੀ ਬਾਂਹ ਜਿਹੜੀ ਆ ਬਾਹਰ ਦੇਖਣਾ ਆ, ਉਹ ਜਿੰਨੀਆਂ ਵੀ ਸਰਕਾਰਾਂ ਆ ਅੱਜ ਤੱਕ ਕਿਹੜੀ ਪ੍ਰਾਪਤੀ ਹੋਈ ਆ ਸਿੱਖਾਂ ਨੂੰ, ਜਿਹੜੀ ਤੁਸੀਂ ਪ੍ਰਾਪਤੀ ਗਿਣ ਸਕਦੇ ਆ। ਜਦੋਂ ਅਸੀਂ ਪ੍ਰਾਪਤੀ ਦੀ ਗੱਲ ਕਰਦੇ ਆ, ਸਾਨੂੰ ਇਹਨਾਂ ਨੇ ਦਸਤਾਰ ਬੰਨ੍ਹਣ ਦਿੱਤੀ, ਇਹ ਕੋਈ ਪ੍ਰਾਪਤੀ ਹੈ? ਇਹਨਾਂ ਨੇ ਦਿੱਤੀ ਹੈ ਦਸਤਾਰ ਬੰਨ੍ਹਣ ਲਈ? ਉਹ ਤਾਂ ਗੁਰੂ ਨੇ ਦਿੱਤੀ ਹੈ। ਇਹਨਾਂ ਦਾ ਦੇਸ਼ ਹੈ? ਨਹੀਂ, ਦੇਸ਼ ਇਹਨਾਂ ਦਾ ਵੀ ਨਹੀਂ ਹੈਗਾ, ਇਹਨਾਂ ਨੇ ਵੀ ਲੁੱਟਿਆ ਹੈ ਕਿਸੇ ਕੋਲੋਂ। ਜਿਹਨਾਂ ਦੇ 215 ਨਿਆਣੇ ਉੱਥੇ ਦੱਬੇ ਲੱਭੇ ਆ ਕੈਂਪਸ ਦੇ ਵਿੱਚੋਂ, ਜਿਹੜੀ ਤੁਸੀਂ ਸਾਰਿਆਂ ਨੇ ਨਿਊਜ਼ ਸਟੋਰੀ ਸੁਣੀ ਆ, ਦੇਸ਼ ਤਾਂ ਉਹਨਾਂ ਦਾ ਆ। ਇਹਨਾਂ ਨੇ ਤੁਹਾਨੂੰ ਕਿੱਦਾਂ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਦਸਤਾਰ ਬੰਨ੍ਹ ਲਓ, ਮੋਟਰਸਾਈਕਲ ਦਸਤਾਰ ਤੋਂ ਬਿਨਾਂ ਚਲਾ ਲਓ, ਕੰਮ ਤੇ ਚੱਲ ਜਾਓ, ਦਸਤਾਰ ਬੰਨ੍ਹ ਸਕਦੇ ਆ, ਕਿਰਪਾਨ ਪਾ ਸਕਦੇ ਆ, ਪਰ ਐਡੀ ਕੀ ਹੋਵੇ? ਇਹ ਕਿੱਦਾਂ ਦੀਆਂ ਗੱਲਾਂ? ਇਹ ਪ੍ਰਾਪਤੀਆਂ ਆ? ਇਹ ਪ੍ਰਾਪਤੀਆਂ ਗੁਲਾਮਾਂ ਦੀਆਂ ਹੁੰਦੀਆਂ ਆ। ਜਿਸ ਆਜ਼ਾਦ ਕੌਮ ਦਾ ਘਰ ਹੋਵੇ ਉਹ ਪ੍ਰਾਪਤੀ ਨਹੀਂ ਗਿਣ ਸਕਦੀ। ਜੇ ਇਹ ਦਬਾਅ ਥੱਲੇ, ਸਬਸਰਵੀਐਂਸ ਥੱਲੇ, ਕਹਿ ਲਓ ਕਿ ਉਹਨਾਂ ਦੇ ਤੁਸੀਂ ਰਾਜ ਥੱਲੇ ਰਹਿਣਾ ਆ, ਸਾਨੂੰ ਆਪਣੇ ਆਪ ਨੂੰ ਮੋਲਡ ਕਰਨਾ ਪੈ ਰਿਹਾ ਆ। ਅਸੀਂ ਮੰਨ ਲਈਏ ਸਾਡੇ ਕੋਲ ਰਾਜ ਹੈ ਨਹੀਂ, ਅਸੀਂ ਇੱਕ ਕਮਜ਼ੋਰੀ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਆਪਣੇ ਮਨ ਦੀ ਤਸੱਲੀ ਲਈ ਚੰਗੀਆਂ ਬਣਾ ਰਹੇ ਹਾਂ। ਜਦੋਂ ਤੁਸੀਂ ਬਸਤੀਵਾਦੀ ਤੇ ਕਲੋਨੀਅਲਿਜ਼ਮ ਦੀ ਸਟੱਡੀ ਕਰਦੇ ਆ ਕਿ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਆ, ਜਿਹੜੇ ਗੋਰੇ ਤੇ ਫਰੰਗੀ ਨੇ ਆਪਣੇ ਸਮੇਂ ਦੇ ਵਿੱਚ ਸਾਡੇ ਵਿੱਚ ਵਾੜੀਆਂ ਆ, ਸਾਨੂੰ ਹੁਣ ਚੇਤਾ ਨਹੀਂ ਰਿਹਾ ਕਿ ਅਸੀਂ ਕਿੱਦਾਂ ਦਾ ਬਿਹੇਵੀਅਰ ਹੁੰਦਾ ਸੀ। ਅਸੀਂ ਜਿਹੜੇ ਨਿਹੰਗ ਸਿੰਘ ਆ, ਨਿਹੰਗ ਸਿੰਘਾਂ ਨੂੰ ਅਸੀਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋ ਗਏ ਆ, ਉਹ ਉਹਨਾਂ ਨੂੰ ਜਿਹੜੇ ਸੰਪਰਦਾ ਦੇ ਸਿੱਖਾਂ ਨੂੰ ਬੈਕਵਰਡਸ ਗਿਣਦੇ ਆ। ਬੈਕਵਰਡਸ ਮਤਲਬ ਕਿ ਹਿੱਲੇ ਹੋਏ ਆ ਬੰਦੇ, ਜਿੱਦਾਂ ਉਹ ਬੋਲਦੇ ਆ। ਜਿਹੜੇ ਉਹਨਾਂ ਦੇ ਬੋਲ ਆ, ਉਹ ਬੋਲਾਂ ਦੇ ਵਿੱਚੋਂ ਹੀ ਸਾਨੂੰ ਸਾਰੀ ਚੜ੍ਹਦੀ ਕਲਾ ਦਾ ਸਪਿਰਿਟ ਮਿਲਦਾ ਆ। ਇੱਕ ਸਿੱਖ ਜਾਂਦਾ ਆ ਕਿਤੇ ਤੇ ਆਪਣੇ ਆਪ ਨੂੰ ਅਨਾਉਂਸ ਕਰਦਾ ਕਿ ਖਾਲਸੇ ਦੀ ਫੌਜ ਆ ਗਈ, ਅਗਲਾ ਪੁੱਛੇ ਕਿੰਨੀ ਆ, ਕਹਿੰਦਾ 1.25 ਲੱਖ, ਇਕੱਲਾ ਹੀ ਹੋਵੇ ਭਾਵੇਂ। ਉਹਦਾ ਕੀ ਮਤਲਬ ਹੈ? ਕਿ ਗੁਰੂ ਮੇਰੇ ਅੰਗ ਸੰਗ ਆ, ਮੈਂ 1.25 ਲੱਖ ਹੀ ਆ। ਜਿੱਤਣ ਹਾਰਨ ਦੀ ਗੱਲ ਨਹੀਂ ਹੈਗੀ। ਜਿੱਤਣ ਹਾਰਨ ਦੁਨਿਆਵੀ ਪੱਧਰ ਤੇ ਗੁਰੂ ਦੇ ਹੱਥ 'ਚ ਹੁੰਦੀ ਹੈ। ਸਿੱਖ ਨੇ ਸਿਧਾਂਤਕ ਜੰਗ ਲੜਨੀ ਹੈ।
ਸਾਡਾ ਸਾਰਾ ਦਾ ਸਾਰਾ ਇਤਿਹਾਸ ਜਿਹੜਾ ਆ ਸਿਧਾਂਤਕ ਜਿੱਤ ਆ। ਦੁਨਿਆਵੀ ਪੱਧਰ ਤੇ ਹਾਰ ਹੀ ਹਾਰ ਆ ਜੇ ਦੁਨੀਆ ਦੀ ਅੱਖ ਚੋਂ ਦੇਖਣਾ ਹੈ। ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਾਦੇ ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਸ਼ਹੀਦ, ਅਕਾਲੀ ਫੂਲਾ ਸਿੰਘ, ਭਾਈ ਸ਼ਾਮ ਸਿੰਘ ਅਟਾਰੀਆਂ ਵਾਲੇ, ਭਾਵੇਂ ਤੁਸੀਂ ਊਧਮ ਸਿੰਘ ਨੂੰ ਲੈ ਲਓ, ਬਾਬਰ ਅਕਾਲੀਆਂ ਨੂੰ ਲੈ ਲਓ, ਭਾਈ ਫੌਜਾ ਸਿੰਘ ਹੁਣਾਂ ਨੂੰ ਲੈ ਲਓ, ਸੰਤ ਜਰਨੈਲ ਸਿੰਘ ਹੁਣਾਂ ਨੂੰ ਲੈ ਲਓ, ਖਾਲਸਾ ਦੇ ਸਾਰੇ ਸ਼ਹੀਦ ਲੈ ਲਓ, ਭਾਈ ਹਰਮਿੰਦਰ ਸਿੰਘ ਨਿਹੰਗ ਲੈ ਲਓ, ਭਾਈ ਹਰਮੀਤ ਸਿੰਘ PhD ਲੈ ਲਓ, ਜਿੰਨੇ ਵੀ ਮੌਜੂਦੇ ਸਮੇਂ ਦੇ ਵਿੱਚ ਵੀ ਸ਼ਹੀਦ ਹੋਏ ਆ, ਉਹ ਸ਼ਹੀਦ ਹੋਏ ਆ। ਦੁਨੀਆ ਦੀ ਪੱਧਰ ਤੇ ਅਸੀਂ ਹਾਰੇ ਆ। ਸਾਡਾ ਜਿਹੜਾ ਅਣਖੀ ਜੀਵਨ ਆ ਉਹ ਇੱਕ ਸਿਧਾਂਤਕ ਜਿੱਤ ਆ। ਅਸੀਂ ਹਰੇਕ ਚੀਜ਼ ਨੂੰ ਇੱਕ ਜਿੱਤ ਦੇ ਰੂਪ ਦੇ ਵਿੱਚ ਸਾਡੇ ਬੱਚਿਆਂ ਨੂੰ ਪੇਸ਼ ਕੀਤੀ ਹੈ ਕਿ ਸਰੀਰ ਗਿਆ ਤੇ ਗਿਆ, ਸਿਧਾਂਤ ਤੇ ਜ਼ਮੀਰ ਜਿਹੜਾ ਕਾਇਮ ਰਿਹਾ। ਤੇ ਇਹੀ ਤੇ ਚੀਜ਼ ਹੈ ਜਿਹੜੀ ਸਾਡੇ ਵਿੱਚ, ਸਿੱਖਾਂ ਦੇ ਵਿੱਚ ਅਣਖ ਪੈਦਾ ਕਰਦੀ ਹੈ। ਜਿਹੜੀ ਗੱਲ ਮੈਂ ਅੱਜ ਕੀਤੀ ਆ ਉਹਦੇ ਲਈ ਮੈਂ ਕਹੂੰਗਾ ਕਿ ਇੰਨਾ ਡਰ ਜ਼ਰੂਰ ਹੈਗਾ ਆ ਹਿਰਦਿਆਂ ਦੇ ਵਿੱਚ ਕਿ ਜਿਸ ਪਾਸੇ ਨੂੰ ਅਸੀਂ ਤੁਰੇ ਆ ਉਹ ਜਿਹੜਾ ਅਣਖ ਆ ਉਹ ਦਿਨ ਬਾਏ ਦਿਨ ਘਟੇ ਨਾ। ਉਹ ਅਸੀਂ ਕਿੱਦਾਂ ਗੁਰੂ ਵਰਗੇ ਬਣਨਾ ਆ। ਸਮਾਂ ਆ ਜਾਵੇ ਅਸੀਂ ਆਪਣੇ ਆਪ ਨੂੰ ਜਾਂ ਆਪਣੇ ਬੱਚਿਆਂ ਨੂੰ ਜੇ ਕੁਰਬਾਨ ਵੀ ਕਰਨਾ ਪਏ, ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਜੂਨ ਦੀ ਗੱਲ ਕਰਨੀ ਆ, ਬੱਚਿਆਂ ਦੀ ਗੱਲ ਕਰਨੀ ਆ। ਗਿਆਨੀ ਮੋਹਰ ਸਿੰਘ ਜੀ ਆ, ਜੂਨ 1984 ਤੋਂ ਜਿਹੜੇ ਇੱਥੇ ਵੀਰ ਆ, ਤੁਸੀਂ ਉਹਨਾਂ ਨੂੰ ਗੂਗਲ ਵੀ ਕਰ ਸਕਦੇ ਆ, ਤੁਸੀਂ ਉਹਨਾਂ ਦੇ ਇਤਿਹਾਸ ਵੀ ਪੜ੍ਹ ਸਕਦੇ ਆ। ਗਿਆਨੀ ਮੋਹਰ ਸਿੰਘ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਆਏ। ਟਕਸਾਲ ਦੇ ਵਿੱਚ ਆਣ ਕੇ ਉਹਨਾਂ ਨੇ ਅੰਮ੍ਰਿਤ ਛਕਿਆ, ਸੰਤ ਜਰਨੈਲ ਸਿੰਘ ਦੇ ਨਾਲ ਰਹੇ। ਉਹਨਾਂ ਦੀ ਸਿੰਘਣੀ, ਉਹਨਾਂ ਦੀ 2 ਬੱਚੀਆਂ ਜਿਹੜੀਆਂ ਬਹੁਤ ਛੋਟੀ ਉਮਰ ਦੀਆਂ, ਉਹਨਾਂ ਦੀਆਂ ਤਸਵੀਰਾਂ ਵੀ ਨੇ, 4 ਸਾਲ ਦੀ ਤੇ 6 ਸਾਲ ਦੀਆਂ ਬੱਚੀਆਂ, ਬੀਬੀ ਸਤਨਾਮ ਕੌਰ ਤੇ ਬੀਬੀ ਵਾਹਿਗੁਰੂ ਕੌਰ। ਪਹਿਲਾ ਟੈਂਕ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਆਉਂਦਾ ਆ, ਅਸੀਂ ਚਮਤਕਾਰ ਜਿਹੜੀ ਗੱਲ ਕਰਦੇ ਹਾਂ ਕਿ ਟੈਂਕ ਰੁਕ ਗਿਆ, ਚਮਤਕਾਰ ਤਾਂ ਇਹ ਸੀਗਾ ਕਿ ਇਹ 4 ਜੀਆਂ ਦਾ ਪਰਿਵਾਰ ਨੇ ਜਾ ਕੇ ਉਸ ਟੈਂਕ ਥੱਲੇ ਛਾਲ ਮਾਰ ਕੇ ਉਹਨੂੰ ਉਡਾ ਦਿੱਤਾ। ਚਮਤਕਾਰ ਇਹ ਆ ਸਿੱਖੀ ਦਾ। ਉਹਨਾਂ ਦੇ ਵੀ ਬੱਚੇ ਸੀ, ਉਹਨਾਂ ਦਾ ਵੀ ਗਾਂ ਜੀਵਨ ਆ, ਉਹ ਵੀ ਸੋਚਦੇ ਹੋਣੇ ਕਿ ਅਸੀਂ ਕਿਹੋ ਜਿਹਾ ਜੀਵਨ ਵਰਤੀਤਣਾ ਆ। ਉਹ ਜਦੋਂ ਮੌਕਾ ਮਿਲਿਆ ਉਹਨਾਂ ਨੇ ਆਪਣੀ ਸੇਵਾ ਨਿਭਾ ਦਿੱਤੀ। ਉਹ ਆਪਾਂ ਕਿੱਦਾਂ ਬਣਨਾ ਆ, ਉਧਰ ਨੂੰ ਕਿੱਦਾਂ ਤੁਰਨਾ ਆ। ਜਿੰਨਾ ਪ੍ਰੇਮ ਉਹ ਸਿੱਖਾਂ ਦੇ ਆ, ਗੁਰੂ ਸਾਹਿਬ ਦੇ ਨਾਲ ਸੀ ਉਸ ਸਮੇਂ ਦੇ ਵਿੱਚ। ਗਿਆਨੀ ਮੋਹਰ ਸਿੰਘ ਅਕਾਲ ਤਖਤ ਸਾਹਿਬ ਦੇ ਪਰਲੇ ਪਾਸਿਓਂ ਲੜ ਰਹੇ ਸੀ ਜਿੱਥੇ ਉਹਨਾਂ ਦਾ ਮੋਰਚਾ ਸੀ। ਉਹਨਾਂ ਨੇ ਜਦੋਂ ਗੋਲੀਆਂ ਦਾ ਅਟੈਕ ਅਕਾਲ ਤਖਤ ਸਾਹਿਬ ਤੇ ਹੋਇਆ, ਉਹਨਾਂ ਨੇ ਦੇਖਿਆ ਕਿ ਅਕਾਲ ਤਖਤ ਦੀ ਉਤਲੀਆਂ ਮੰਜ਼ਲਾਂ, ਉੱਥੇ ਅੱਗ ਲੱਗੀ ਸੀਗੀ। ਉਤਲੀਆਂ ਮੰਜ਼ਲਾਂ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਪੁਰਾਤਨ ਬੀੜਾਂ ਤੇ ਉੱਥੇ ਜਿਹੜੀਆਂ ਪੋਥੀਆਂ ਰੱਖੀਆਂ ਜਾਂਦੀਆਂ ਸੀ, ਉਹਨਾਂ ਨੇ ਦੇਖਿਆ ਕਿ ਉੱਥੇ ਅੱਗ ਲੱਗੀ ਆ। ਚੱਲਦੀ ਜੰਗ ਦੇ ਵਿੱਚ ਗੋਲੀਆਂ ਚੱਲ ਰਹੀਆਂ ਆ, ਤੋਪਾਂ ਚੱਲ ਰਹੀਆਂ। ਗਿਆਨੀ ਮੋਹਰ ਸਿੰਘ ਨੇ ਸਰੋਵਰ ਦੇ ਵਿੱਚ ਚੁੱਭੀ ਮਾਰ ਕੇ, ਸਰੋਵਰ ਤਰ ਕੇ ਦੂਜੇ ਪਾਸੇ ਜਾ ਕੇ ਆਪਣੇ ਢਿੱਡ ਤੇ ਲੈਟ ਕੇ ਆਰਮੀ ਕ੍ਰਾਲ ਕਰ ਕਰਕੇ ਅਕਾਲ ਤਖਤ ਸਾਹਿਬ ਦੇ ਵਿੱਚ ਆਏ, ਸਿਰਫ ਇਹ ਦੱਸਣ ਲਈ ਕਿ ਉੱਤੇ ਅੱਗ ਲੱਗੀ ਆ, ਪੋਥੀ ਸਾਹਿਬ ਜਿਹੜੀਆਂ ਆ ਆਪਾਂ ਨੂੰ ਥੱਲੇ ਲਿਆਉਣੀਆਂ ਚਾਹੀਦੀਆਂ ਆ। ਗੁਰਦੁਆਰਾ ਅਸੀਂ ਜਦੋਂ ਦੇਖਣਾ ਆ ਕਿ ਗੁਰੂ ਘਰ ਆ, ਪੋਥੀਆਂ ਆ, ਪ੍ਰੇਮ ਪਿਆਰ ਆ, ਸਤਿਕਾਰ ਆ, ਉਤੋਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਜੀਵਨ ਕਿਦਾਂ ਦਾ ਹੋਊਗਾ। ਕਿ ਬੰਦਾ ਦੇਖ ਰਿਹਾ ਕਿ ਜੰਗ ਵੀ ਚੱਲ ਰਹੀ ਹੈ, ਗੋਲੀ ਵੀ ਵੱਜ ਸਕਦੀ ਆ, ਉਹਨਾਂ ਨੂੰ ਹੋ ਸਕਦਾ ਪਤਾ ਵੀ ਹੋਵੇ ਕਿ ਉੱਤੇ ਅੱਗ ਲੱਗੀ ਆ, ਪਰ ਜਿਹੜਾ ਹਿਰਦਾ ਹੈ ਉਹ ਮੰਨ ਨਹੀਂ ਰਿਹਾ, ਉਹ ਕਹਿੰਦਾ ਮੈਂ ਜਾ ਕੇ ਦੱਸ ਕੇ ਆਉਣਾ ਆ। ਇਹ ਜਿਹੜੇ ਪ੍ਰੇਮ ਦੀ ਗੱਲ ਆ, ਪ੍ਰੇਮ ਦੇ ਵਿੱਚੋਂ ਹੀ ਸਾਡਾ ਸੰਘਰਸ਼ ਨਿਕਲਦਾ ਆ। ਇਹ ਕੋਈ ਵੈਰ ਵਿਰੋਧ ਵਾਲੀ ਗੱਲ ਨਹੀਂ ਹੈਗੀ। ਅਸੀਂ ਕੋਈ ਕੌਮ ਦੇ ਖਿਲਾਫ ਨਹੀਂ ਹੈਗੇ। ਅਸੀਂ ਨਾ ਕਿਸੇ ਨੂੰ ਦਬਾਉਣਾ ਆ, ਨਾ ਕਦੀ ਕੁਚਲਣਾ ਆ। ਤੇ ਅਖੀਰ ਦੇ ਵਿੱਚ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਆ, ਜਿਹਦੇ ਵਿੱਚ ਮੈਂ ਕਈ ਵਾਰ ਇਹ ਗੱਲ ਦੁਹਰਾਈ ਆ। ਹੋ ਸਕਦਾ ਤੁਸੀਂ ਸੁਣੀ ਵੀ ਹੋਵੇ, ਪਰ ਇੱਕ ਵਾਰੀ ਫਿਰ ਇੱਥੇ ਦੁਹਰਾ ਦਿੰਦਾ ਆ ਕਿ ਸ਼ਹੀਦਾਂ ਦਾ ਜਿਹੜਾ ਸਤਿਕਾਰ ਆ, ਕਿ ਉਹਨਾਂ ਨੂੰ ਕਿੱਦਾਂ ਦੇਖਣਾ ਆ। ਸਾਊਥ ਅਮਰੀਕਾ ਦੇ ਵਿੱਚ ਇੱਕ ਜਿਹਦਾ ਲਘੂ ਕਥਾ ਸ਼ੋਰਟ ਸਟੋਰੀ ਆ, ਕਿ ਜਿਹੜਾ ਬੰਦਾ ਆ ਉਹ ਭੁੱਖਾ ਪਿਆਸਾ ਅੱਧਾ ਨੰਗਾ ਉੱਥੇ ਇੱਕ ਸ਼ਹਿਰ ਦੇ ਵਿੱਚ ਆਉਂਦਾ ਆ। ਤੇ ਉਹ ਉੱਥੇ ਜਦੋਂ ਆਉਂਦਾ, ਉੱਥੇ ਦੇ ਜਿਹੜੇ ਲੋਕ ਆ ਇਕੱਠੇ ਹੋ ਜਾਂਦੇ ਆ। ਉਹ ਕਹਿੰਦੇ ਕਿ ਤੈਨੂੰ ਕਿਹੜੀ ਚੀਜ਼ ਦੀ ਲੋੜ ਆ, 10 ਲੱਖ ਤੋਂ ਦਿਨ ਤੇਰਾ ਕੀ ਹਾਲ ਹੋਇਆ ਆ। ਤੇ ਉਹ ਬੰਦਾ ਕਹਿੰਦਾ ਕਿ ਆ ਫਲਾਨਾ ਸ਼ਹੀਦ ਆ, ਉਹਦੇ ਅਸਥਾਨ ਤੇ ਮੈਨੂੰ ਲੈ ਜਾਓ। ਤੇ ਉਹ ਕਹਿੰਦੇ ਉਹ ਤਾਂ ਬਾਅਦ ਦੀਆਂ ਗੱਲਾਂ ਆ, ਕਿ ਪਹਿਲੋਂ ਤਾਂ ਤੈਨੂੰ ਕਿਹੜੀ ਚੀਜ਼ ਦੀ ਲੋੜ ਆ। ਗੱਲਬਾਤ ਹੁੰਦੀ, ਉਹ ਤੁਰ ਪੈਂਦਾ ਆ, ਸਾਰਾ ਸ਼ਹਿਰ ਘੁੰਮ ਘੁਮਾ ਕੇ
ਉਹਦੇ ਪਿੱਛੇ ਇੱਕ ਬਹੀੜ ਜਿਹੀ ਤੁਰ ਪੈਂਦੀ ਆ ਤੇ ਕਿਦਾਂ ਦਾ ਬੰਦਾ ਆ ਲਾਈਕ ਦੱਸਦਾ ਹੀ ਨਹੀਂ। ਉੱਥੇ ਉਹ ਸ਼ਹੀਦ ਦੇ ਦਾ ਜਗ੍ਹਾ ਉਹਨੂੰ ਲੱਭ ਪੈਂਦੀ ਆ, ਉੱਥੇ ਡਿੱਗ ਕੇ ਉਹ ਰੋਣਾ ਪੈਂਦਾ ਆ ਤੇ ਉਹ ਲੋਕ ਵੀ ਉਹਨੂੰ ਟਿਚਰਾਂ ਜਿਹੀਆਂ ਕਰਨ ਲੱਗ ਪੈਂਦੇ ਆ ਕਿ ਲਾਈਕ ਐਜ਼ ਨਾ ਕਿ ਐਵੇਂ ਹੀ ਰੋਈ ਜਾਂਦਾ ਆ, ਲਾਈਕ ਇਹ ਵੀ ਜਿਹੜਾ ਬੰਦਾ ਸੀਗਾ ਇਹ 'ਚ ਕਿੰਨੀਆਂ ਕਮੀਆਂ ਸੀਗੀਆਂ, ਲਾਈਕ ਇਹ ਵੀ ਲਾਈਕ ਚਲੋ ਲਾਈਕ ਸ਼ਹੀਦ ਹੋ ਗਿਆ ਪਰ ਇਹ 'ਚ ਕਿੰਨੀਆਂ ਉਹ ਕਮੀਆਂ ਗਿਣਨਾ ਪਏ ਉੱਥੇ ਕਿ ਫਲਾਨਾ ਬੰਦਾ ਇਦਾਂ ਦਾ ਸੀਗਾ, ਇਦਾਂ ਸੀ, ਆਹ ਉਹਦੀ ਗਲਤੀ ਸੀ, ਉਹ ਵੀ ਗਲਤੀ ਸੀਗੀ ਉਹਦੀ। ਤੇ ਉਹ ਬੰਦਾ ਜਿਹੜਾ ਰੋ ਰਿਹਾ ਸੀ ਉਹ ਖੜਾ ਹੋਇਆ ਤੇ ਉਹਨੇ ਉਹ ਬਹੀੜ ਨੂੰ ਇੱਕ ਸਵਾਲ ਪੁੱਛਿਆ, ਕਹਿੰਦਾ ਦੁਨੀਆ ਦੇ ਵਿੱਚ ਸਭ ਤੋਂ ਜਿਹੜੀ ਖੂਬਸੂਰਤ ਤੇ ਲੋੜਵੰਦ ਚੀਜ਼ ਕਿਹੜੀ ਆ ਦੁਨੀਆ ਲਈ? ਤੇ ਸਾਰੇ ਚੁੱਪ। ਤੇ ਉਹ ਕਹਿੰਦਾ ਸੂਰਜ ਆ। ਸੂਰਜ ਦੀ ਕਿਰਨ ਦੇ ਨਾਲ ਦੁਨੀਆ ਨੂੰ ਲੋ ਮਿਲਦੀ ਹੈ, ਸੂਰਜ ਦੇ ਨਿੱਘ ਦੇ ਨਾਲ ਅਸੀਂ ਇੱਥੇ ਵਸ ਸਕਦੇ ਹਾਂ, ਸੂਰਜ ਦੇ ਨਿੱਘ ਦੇ ਨਾਲ ਇੱਥੇ ਧਰਤੀ ਜਿਹੜੀ ਆ ਉਹ ਉਗਦੀ ਆ, ਧਰਤੀ ਉਗੂਗੀ, ਆਕਸੀਜਨ ਬਣੂਗਾ, ਤੁਸੀਂ ਸਾਹ ਲਓਗੇ, ਤੁਸੀਂ ਖਾਣਾ ਪੀਣੇ ਦਾ ਇੰਤਜ਼ਾਮ ਉੱਥੋਂ ਕਰੋਗੇ, ਸੂਰਜ ਨਾ ਹੋਵੇ ਸਭ ਕੁਝ ਖਤਮ। ਉਹ ਉਹਨਾਂ ਨੂੰ ਦੱਸ ਰਿਹਾ ਹੈ ਤੇ ਕਹਿੰਦਾ ਕਿ ਜਦੋਂ ਤੁਸੀਂ ਦੂਰੋਂ ਸੂਰਜ ਨੂੰ ਦੇਖਦੇ ਆ ਕਹਿੰਦਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਆ, ਜਿੱਦਾਂ ਜਿੱਦਾਂ ਤੁਸੀਂ ਸੂਰਜ ਦੇ ਨੇੜੇ ਆਉਂਦੇ ਆ ਸੂਰਜ ਦੇ ਸਰਫੇਸ ਦੇ ਉੱਤੇ, ਸਰੀਰ ਦੇ ਉੱਤੇ ਤੁਹਾਨੂੰ ਕਾਲੇ ਧੱਬੇ ਦਿਸਦੇ ਆ। ਤੇ ਉਹ ਕਹਿੰਦਾ ਕਿ ਕਿੰਨੇ ਭਲੇ ਆ ਉਹ ਲੋਕ ਜਿਹੜੀ ਸੂਰਜ ਦਾ ਆਨੰਦ ਮਾਣਦੇ ਆ, ਨਿੱਘ ਮਾਣਦੇ ਆ, ਉਹਦੀ ਰੋਸ਼ਨੀ ਦੇ ਵਿੱਚ ਰਹਿੰਦੇ ਆ, ਤੇ ਕਿੰਨੇ ਅਕਿਰਤ ਕਣ ਉਹ ਲੋਕ ਨੇ ਜਿਨ੍ਹਾਂ ਸਿਰਫ ਕਾਲੇ ਧੱਬੇ ਦਿਸਦੇ ਆ। ਸਾਡੀ ਕੌਮ ਦੇ ਵਿੱਚ ਇਹ ਨਾ ਹੋ ਜਾਵੇ। ਅੱਜ ਦੀ ਗੱਲ ਕਰਨ ਦਾ ਜਿਹੜਾ ਮਕਸਦ ਇਹ ਸੀ ਕਿ ਜਿਹੜੇ ਸ਼ਹੀਦ ਹੋਏ ਆ ਸਿਰਫ ਉਹਨਾਂ ਨੂੰ ਯਾਦ ਨਹੀਂ ਕਰਨਾ, ਆਪ ਅਸੀਂ ਰਾਹ ਲੱਭਣੇ ਆ ਕਿ ਸਾਡੇ ਬੱਚਿਆਂ ਤੱਕ ਅਸੀਂ ਜਿਹੜੀ ਸੇਧ ਕਿੱਦਾਂ ਲਿਆਉਣੀ ਆ, ਸਿੱਖ ਸੇਧ। ਇਹ ਨਹੀਂ ਕਿ ਅਸੀਂ ਗੋਰਿਆਂ ਦੇ ਅੱਖਾਂ 'ਚ ਚੰਗੇ ਹੋਣਾ, ਅਸੀਂ ਗੁਰੂ ਦੇ ਅੱਖ 'ਚ ਕਿੱਦਾਂ ਚੰਗੇ ਹੋਣਾ, ਪੰਥ ਦੇ ਅਸੀਂ ਕੰਮ ਕਿੱਦਾਂ ਹੋਣਾ, ਗੁਰੂ ਗ੍ਰੰਥ ਸਾਹਿਬ ਦੇ ਅਸੀਂ ਲੜ ਕਿੱਦਾਂ ਲੱਗਣਾ, ਇਹ ਚੀਜ਼ਾਂ ਅੱਜ ਇੱਥੋਂ ਲੈ ਕੇ ਅਸੀਂ ਜਾਣਾ। ਹੋਰ ਬਾਕੀਆਂ ਗੱਲਾਂ ਜਿਹੜੀਆਂ ਗੁਰੂ ਦੇ ਹੱਥ 'ਚ ਆ, ਅਸੀਂ ਨਾਅਰੇ ਵੀ ਲਾਈ ਜਾਣੇ ਆ, ਅਸੀਂ ਪ੍ਰੋਟੈਸਟ ਵੀ ਕਰੀ ਜਾਣੇ ਆ, ਅਸੀਂ ਸੈਮੀਨਾਰ ਵੀ ਕਰੀ ਜਾਣੇ ਆ, ਅਸੀਂ ਹਥਿਆਰਬੰਦ ਸੰਘਰਸ਼ ਵੀ ਲੜੀ ਜਾਣਾ ਆ, ਕੋਈ ਰੋਕ ਕੇ ਦਿਖਾ ਦੇਵੇ, ਸਾਰਾ ਕੁਝ ਇਦਾਂ ਹੀ ਚੱਲੀ ਜਾਣਾ। ਇਹ ਕੌਮ ਜਿਹੜੀ ਆ ਨਾ ਮੇਰੇ ਇਕੱਲੇ ਦੀ ਆ, ਨਾ ਤੁਹਾਡੇ ਕਿਸੇ ਇੱਕ ਦੀ ਆ, ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਸਾਜੀ ਹੋਈ ਹੈ ਤੇ ਇਦਾਂ ਹੀ ਚੱਲੀ ਜਾਣਾ। ਇਹਦੇ ਵਿੱਚ ਜਿਨ੍ਹਾਂ ਨੇ ਜੋ ਕਰਨਾ ਆ ਨਾ ਉਹਨਾਂ ਨੇ ਮੇਰੇ ਅੱਗੇ ਨੂੰ ਪੁੱਛਣਾ ਨਾ ਦੱਸਣਾ, ਉਹਨਾਂ ਨੇ ਜਿਹੜੇ ਕਾਰਨਾਮੇ ਕਰਨੇ ਆ ਸੁੱਖਾ ਸਿੰਘ ਮਤਾਬ ਸਿੰਘ ਬਣ ਕੇ, ਸੁੱਖਾ ਜਿੰਦਾ ਬਣ ਕੇ ਉਹਨਾਂ ਨੇ ਕਰੀ ਜਾਣੇ ਆ। ਅਸੀਂ ਤਕੜੇ ਬਣੀਏ ਕਿ ਅਸੀਂ ਉਹਨਾਂ ਦਾ ਸਾਥ ਦੇ ਸਕੀਏ, ਉਹਨਾਂ ਲਈ ਇੱਕ ਆਵਾਜ਼ ਹੀ ਬਣ ਲਈਏ। ਅਸੀਂ ਉਹਨਾਂ ਦੇ ਕੰਮ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਨੀਵਾਂ ਵੀ ਨਹੀਂ ਦਿਖਾਉਣਾ। ਅਖੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬੋਲਿਆ, ਕਹਿਓ ਪ੍ਰਭੂ ਸੋ ਪਾਕ ਹੋ, ਕਿਸੂ ਨਾ ਕਾਨ ਰਾਖੋ, ਕਿ ਜਿਹੜਾ ਸਿੱਖ ਆ ਉਹ ਸਿਰਫ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਅੱਗੇ ਆਪਣਾ ਸੀਸ ਝੁਕਾਉਂਦਾ ਆ। ਕੋਈ ਵੀ ਦੁਨਿਆਵੀ ਤਾਕਤ ਜਿਹੜੀ ਆ ਉਹਦੇ ਮੂਹਰੇ ਮੇਰਾ ਸਿੱਖ ਨਹੀਂ ਝੁਕਦਾ। ਭੁੱਲਾਂ ਚੱਕਾਂ ਦੀ ਖਿਮਾ, ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।